ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਲਾਸਟ ਟੌਪਿਕ ਦੇ ਵਿੱਚ ਲਾਸਟ ਲੈਕਚਰ ਦੇ ਵਿੱਚ ਲਾਸਟ ਟੌਪਿਕ ਕੀਤਾ ਸੀ ਆਪਾਂ ਲੈਮਿਸ ਥਿਊਰਮ ਪ੍ਰੂਵ ਕੀਤੀ ਸੀਗੀ। ਲੈਮਿਸ ਥਿਊਰਮ ਕੀ ਸੀਗੀ ਤੋਂ ਲਿਖ ਰਹੇ ਆਪਾਂ ਕਿ ਤਿੰਨ ਫੋਰਸਾਂ ਇਕੁਇਲਿਬਰੀਅਮ ਵਿੱਚ ਨੇ, P Q R। ਇਹਨਾਂ ਵਿੱਚ ਐਂਗਲ ਅਲਫਾ ਹੈਗਾ, ਇਹ ਬੀਟਾ ਹੈਗਾ, ਇਹ ਗਾਮਾ ਹੈਗਾ। ਤਾਂ ਆਪਾਂ ਨੇ ਪ੍ਰੂਵ ਕੀਤਾ ਸੀਗਾ P upon sin alpha, Q upon sin beta, R upon sin gamma। ਇਹ ਪ੍ਰੂਵ ਕੀਤਾ ਸੀਗਾ। ਲੈਮਿਸ ਥਿਊਰਮ ਦਾ ਪ੍ਰੂਫ ਤੇ ਇਹਦੇ ਬੇਸਡ ਨੂਮੈਰੀਕਲ, ਇਹ ਦੋਨੇ ਬਹੁਤ ਇੰਪੋਰਟੈਂਟ ਨੇ ਪੇਪਰ ਪੁਆਇੰਟ ਆਫ ਵਿਊ ਨਾਲ। ਇਹ ਆਪਾਂ ਪ੍ਰੂਵ ਕੀਤਾ ਸੀਗਾ। ਅੱਜ ਇਹਦੇ ਉੱਪਰ ਬੇਸਡ ਲੈਮਿਸ ਥਿਊਰਮ ਦੇ ਉੱਪਰ ਬੇਸਡ ਆਪਾਂ ਨੂਮੈਰੀਕਲਸ ਕਰਨੇ ਹੈਗੇ ਨੇ। ਪਹਿਲਾਂ ਨੂਮੈਰੀਕਲ ਕਰਦੇ ਹਾਂ ਆਪਾਂ। ਇੱਕ ਸਿੰਪਲ ਜਿਹਾ ਨੂਮੈਰੀਕਲ ਕਰ ਰਹੇ ਹਾਂ ਪਹਿਲਾਂ, ਫਿਰ ਦੇਖਦੇ ਹਾਂ ਉਸ ਤੋਂ ਬਾਅਦ ਸਟੇਟਮੈਂਟ ਪੜ੍ਹ ਰਿਹਾ ਹੈਗਾ ਤੇ ਤੁਸੀਂ ਵੀ ਸਟੇਟਮੈਂਟ ਧਿਆਨ ਦਿਓ। ਦਿੱਤਾ ਹੋਇਆ ਆਪਾਂ ਨੂੰ 3 forces acting on a particle are in equilibrium. The angle between the first and second is 105 and that between the second and third is 120 degree. Find the ratio of the forces. Forces ratio find करनी है, वो चो देखते हैं की है की है। ਤਿੰਨ ਫੋਰਸਿਸ ਨੇ ਆਪਣੇ ਕੋਲ, ਮੈਂ ਡਾਇਗਰਾਮ ਬਣਾ ਰਿਹਾ ਹੈਗਾ। ਜਿਵੇਂ ਆ P ਫੋਰਸ ਮੰਨ ਲਈ ਪਹਿਲੀ ਆਪਾਂ, ਦੂਜੀ Q ਫੋਰਸ ਮੰਨ ਲਈ, ਤੀਜੀ R ਫੋਰਸ ਮੰਨ ਲਈ। ਪਹਿਲੀ, ਦੂਜੀ, ਤੀਜੀ। ਪਹਿਲੀਆਂ ਦੋ ਫੋਰਸਿਸ ਦੇ ਵਿੱਚ ਐਂਗਲ 105 ਆ, 105 ਦਿੱਤਾ ਹੋਇਆ ਜੀ। ਸੈਕਿੰਡ ਤੇ ਥਰਡ ਫੋਰਸ ਦੇ ਵਿੱਚ 120 ਡਿਗਰੀ ਐਂਗਲ ਆ, ਇਹ ਵੀ ਗਿਵਨ ਆਪਾਂ ਨੂੰ। ਤੇ ਆਪਾਂ ਫਾਈਂਡ ਕਰਨਾ ਹੈ ਰੇਸ਼ੋ ਆਫ ਫੋਰਸ। ਰੇਸ਼ੋ ਕੀ ਹੋ ਗਿਆ? P ਰੇਸ਼ੋ Q ਰੇਸ਼ੋ R। ਇਹ ਫਾਈਂਡ ਕਰਨਾ ਕਿੰਨਾ ਹੋਊਗਾ। ਇਹ ਪਿੱਛੇ ਵੀ ਕੁਐਸਚਨ ਆਇਆ ਸੀ, ਮਤਲਬ ਕੀ ਆ ਕਿ ਆਪਾਂ P ਅਪੋਨ ਇਕੁਅਲ ਟੂ Q ਅਪੋਨ ਇਕੁਅਲ ਟੂ R ਅਪੋਨ ਪਿਛਲੀ ਐਕਸਰਸਾਈਜ਼ ਪਿਛੜੀ ਐਕਸਰਸਾਈਜ਼ ਕਰੀ ਸੀ ਆਪਾਂ ਨੇ, ਉਹਦੇ ਉੱਪਰ ਇਹਦੇ ਉੱਪਰ ਬੇਸਡ ਆਪਾਂ ਇੱਕ ਬੜਾ ਇੰਪੋਰਟੈਂਟ ਨੂਮੈਰੀਕਲ ਕੀਤਾ ਸੀਗਾ। ਉਹਦੇ ਵਾਂਗੂ ਹੀ ਆ, ਮੈਂ P ਅਪੋਨ Q ਅਪੋਨ R ਅਪੋਨ ਕੱਢਣਾ ਬਸ ਆਪਾਂ ਨੇ। ਹੁਣ ਤਿੰਨ ਫੋਰਸ ਇਕੁਇਲਿਬਰੀਅਮ ਦੇ ਵਿੱਚ ਨੇ। ਜੇ ਤਿੰਨ ਫੋਰਸਾਂ ਇਕੁਇਲਿਬਰੀਅਮ ਦੇ ਵਿੱਚ ਹੋਣ ਤਾਂ ਪਹਿਲਾ ਕਨਸੈਪਟ ਜਿਹੜਾ ਆਪਾਂ ਦਿਮਾਗ 'ਚ ਲੈ ਕੇ ਆਉਣਾ ਹੈਗਾ ਉਹ ਹੈਗਾ ਲੈਮਿਸ ਥਿਊਰਮ ਦਾ। ਹੁਣ ਕਨਸੈਪਟ ਤੋਂ ਧਿਆਨ ਰੱਖਣਾ ਉਹ ਕਿਵੇਂ, ਜਿਹੜਾ ਪਹਿਲੀ ਐਕਸਰਸਾਈਜ਼ ਕਰੀ ਸੀ ਉਹਦੇ ਵਿੱਚ ਕੀ ਸੀਗਾ, ਦੋ ਫੋਰਸਾਂ ਸੀਗੀਆਂ। ਆਪਾਂ ਕਿਵੇਂ ਡਿਸਾਈਡ ਕਰਨਾ ਕਿ ਕਿਹੜਾ ਫਾਰਮੂਲਾ ਕਿੱਥੇ ਅਪਲਾਈ ਕਰਨਾ। ਜਿਹੜੀ ਪਹਿਲੀ ਐਕਸਰਸਾਈਜ਼ ਸੀਗੀ ਉਹਦੇ ਵਿੱਚ ਫੋਰਸਾਂ ਦੋ ਸੀਗੀਆਂ, ਉਹਦਾ ਰਿਜ਼ਲਟੈਂਟ ਫਾਈਂਡ ਕਰਨ ਵਾਸਤੇ ਕਿਹਾ ਸੀ ਆਪਾਂ। ਤਾਂ ਫੋਰਸਿਸ ਦਾ ਰਿਜ਼ਲਟੈਂਟ ਫਾਈਂਡ ਕਰਨਾ ਹੋਵੇ ਤਾਂ ਫਾਰਮੂਲਾ ਕੀਤਾ ਸੀ R ਇਕੁਅਲ ਟੂ ਸਕੁਅਰ ਰੂਟ ਆਫ P ਸਕੁਅਰ ਪਲੱਸ Q ਸਕੁਅਰ ਪਲੱਸ 2PQ cos alpha। ਸੈਕਿੰਡ ਐਕਸਰਸਾਈਜ਼ ਕਰੀ ਸੀ ਆਪਾਂ ਨੇ, ਜੇ ਉਲਟਾ ਸੀ, ਜੇ ਰਿਜ਼ਲਟੈਂਟ ਹੋਵੇ ਆਪਣੇ ਕੋਲ ਉੱਥੋਂ ਦੋ ਕੰਪੋਨੈਂਟਸ ਕਿੱਦਾਂ ਫਾਈਂਡ ਕਰਨੇ ਨੇ, ਉਹ ਫਾਰਮੂਲਾ ਕੀਤਾ ਸੀ। ਇਹ ਐਂਗਲ ਅਲਫਾ ਬੀਟਾ ਸੀਗੇ। ਫਾਰਮੂਲੇ ਆਪਾਂ ਕਰੇ ਸੀ, ਜਿਵੇਂ P ਕੀਤਾ ਸੀ F ਸਾਈਨ ਬੀਟਾ ਅਪੋਨ ਸਾਈਨ ਅਲਫਾ ਪਲੱਸ ਬੀਟਾ, ਇਹ ਫਾਰਮੂਲੇ ਕਰੇ ਸੀਗੇ। ਇਹ ਫਾਰਮੂਲੇ ਕਦੋਂ ਲਾਣੇ ਆ? ਜੋ ਇੱਕ ਫੋਰਸ ਨੂੰ ਅੱਗੇ ਦੋ ਕੰਪੋਨੈਂਟਸ ਸਪਲਿਟ ਕੀਤਾ, ਤੋੜਿਆ ਹੈਗਾ, ਤਾਂ ਇਹ ਲਾਵਾਂਗੇ ਆਪਾਂ। ਹੁਣ ਇਹ ਨਵਾਂ ਕਨਸੈਪਟ ਹੈ। ਇਹਦੇ ਵਿੱਚ ਤਿੰਨ ਫੋਰਸਾਂ ਪਹਿਲੀ ਵਾਰੀ ਆਈਆਂ ਨੇ। ਪਹਿਲਾਂ ਫੋਰਸਾਂ ਦੋ ਸੀਗੀਆਂ ਪਹਿਲੀ ਐਕਸਰਸਾਈਜ਼ ਦੇ ਵਿੱਚ, ਦੋ ਦਾ ਰਿਜ਼ਲਟੈਂਟ ਕੱਢਿਆ ਸੀਗਾ। ਦੂਜੀ ਐਕਸਰਸਾਈਜ਼ 'ਚ ਫੋਰਸ ਇੱਕ ਸੀ, ਉਹਦੇ ਕੰਪੋਨੈਂਟ ਤੋੜੇ ਸੀ, ਇੱਕ ਤੋਂ ਦੋ ਬਣਾਏ ਸੀ ਆਪਾਂ ਨੇ। ਹੁਣ ਇਹ ਫਸਟ ਟਾਈਪ ਦੇ ਕੁਐਸਚਨ ਆ ਰਹੇ ਨੇ ਜਿਹਦੇ ਵਿੱਚ ਤਿੰਨ ਫੋਰਸਾਂ ਨੇ। ਜਿਨ੍ਹਾਂ ਵਿੱਚ ਫੋਰਸਾਂ ਤਿੰਨ ਹੋਣ ਅਤੇ ਇਕੁਇਲਿਬਰੀਅਮ ਹੋਵੇ, ਇਹ ਧਿਆਨ ਨੋਟ ਕਰ ਲਿਓ। ਫੋਰਸਿਸ ਤਿੰਨ ਹੋਣ ਅਤੇ ਇਕੁਇਲਿਬਰੀਅਮ ਹੋਵੇ, ਉਹਦੇ 'ਚ ਆਪਾਂ ਲੈਮਿਸ ਥਿਊਰਮ ਲਾਵਾਂਗੇ। ਲੈਮਿਸ ਥਿਊਰਮ ਜੋ ਇਹ ਕਰਦੇ ਹਾਂ ਆਪਾਂ। ਦੋ ਗੱਲਾਂ ਇੰਪੋਰਟੈਂਟ ਨੇ ਇਹਦੇ ਵਿੱਚ। ਕੋਈ ਵੀ ਕਨਸੈਪਟ ਲਾਣਾ ਕਦੋਂ ਆ, ਪਹਿਲੀ ਗੱਲ ਇੰਪੋਰਟੈਂਟ ਆ। ਦੂਜੀ ਗੱਲ ਇੰਪੋਰਟੈਂਟ ਆ, ਲਾਣਾ ਕਿਵੇਂ ਆ। ਦੋ ਗੱਲਾਂ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਹਰੇਕ ਕੁਐਸਚਨ ਵਿੱਚ, ਕਿ ਕਿਹੜਾ ਕਨਸੈਪਟ ਕਦੋਂ ਅਤੇ ਕਿਵੇਂ ਲਾਣਾ। ਇਹ ਲਾਣਾ ਕਦੋਂ ਆਪਾਂ ਨੇ, ਜੋ ਤਿੰਨ ਫੋਰਸਾਂ ਇਕੁਇਲਿਬਰੀਅਮ ਵਿੱਚ ਹੋਣ, ਤੇ ਲਾਣਾ ਕਿਵੇਂ ਆ ਉਹ ਦੇਖਦੇ ਹਾਂ ਆਪਾਂ। ਹੁਣ ਦੇਖੋ ਧਿਆਨ ਨਾਲ,
दो एंगल अपन दिते हुए ने, पूरे एंगल का सम जे तुम ध्यान च होवे 360 डिग्री होंदा, 360 डिग्री होंदा, 360 डिग्री। तो ये एंगल कितना आऊगा, ये रफ च कर लेने आप। 360 डिग्री के विचों ये माइनस कर लिया 105 प्लस 120, ये माइनस कर लिया 125, 135 आ जाऊगा, 225, 135, 135 डिग्री बन गया। ये पहला ही गल बहुत बारी की हुई है, क्वेश्चन सिंपल आ, सारा कुछ गिवन आ अपना, मतलब सिंस फोर्सेस आर इन इक्विलिब्रियम देयरफॉर P अपॉन साइन, P दे अपॉन लेना सामने वाला एंगल साइन 120 डिग्री, Q अपॉन साइन 135 डिग्री, R अपॉन साइन 105 डिग्री। नंबर ही 1 पग रख लेना, ये बराबर होंगे। हुण जेड़ा क्वेश्चन सिंपल आ, ये सिंपल क्वेश्चन क्यों आ, सारे एंगल दिते हुए हैं अपन, बस सिंपल अते कॉम्पलीकेटेड या सौखे दे औखे विच फर्क की हैगा। पहला भी गल की है, सौखे विच सारा डाटा सीधा दिता हुंदा आपां नूं, जिहड़ा औखा हुंदा उहदा डाटा गिवन नहीं होगा। मतलब जिहड़ा आपां क्वेश्चन करांगे अगे औखे, उन्हां विच एंगल दिते नहीं होणगे आपां नूं, एंगल भी आपां आप फाइंड करने होणगे, ते एंगल फाइंड करने वास्ते कुछ ना कुछ होर कंडीशन दित्ती होगी, कुछ ना कुछ होर कंडीशनस आपां नूं गिवन होणगियां। बस ये फर्क आ कि जिहड़ा क्वेश्चन सौखा होगा सारा कुछ डायरैक्ट गिवन होगा, जिहड़ा क्वेश्चन औखा होगा ਉਹਦੇ ਵਿੱਚ गिवन नहीं होगा, ਆਪਾਂ ਨੂੰ आप ਕੱਢਣਾ ਪੈਣਾ। ਉਹ ਕੱਢਣ ਵਾਸਤੇ ट्रिग्नोमैट्री यूज़ करांगे ਜਾਂ ਜਿਓਮੈਟਰੀ यूज़ करांगे, ਉਹ क्वेश्चन ਆਪਾਂ ਅੱਜ ਕਰਾਂਗੇ, ਉਹ ਦੇਖਾਂਗੇ। तो ये तो सिंपल ਜਿਹਾ हो गया। ਹੁਣ ਇਹਨੂੰ सॉल्व किवें करना हैगा, पहला भी थोड़ा कंसैप्ट आया ਸੀਗਾ, ਪਹਿਲਾਂ ਇਹ सॉल्व कर लेने। साइन 120 डिग्री बन गया जी, साइन ये पिछे आया है जी 180 माइनस 60 कर लिया, 180 माइनस 60 किया सैकेंड क्वाड्रेंट, सैकेंड दे विच साइन पॉजिटिव होंदा हैगा, साइन 60 कितना हो गया √3/2, ये आ गया। साइन 135 इनू भी लिख लिया आपने, साइन 180 माइनस 45 ये बन गया साइन 45, ये 1/√2। तीजा आ गया साइन 105, ये बन गया साइन 180 डिग्री माइनस 105 डिग्री, 75 सॉरी, ये आ गया 75 डिग्री, नहीं पता वैल्यू, फिर उमें पहला भी किया साइन A + B च कन्वर्ट करांगे, साइन 45 + 30 डिग्री, साइन A cos B प्लस cos A sin B, √3 + 1/√2। यही अपना ये आ गया। ये नंबर ही 1 च पुट कर लें आप, इनू रब कर रहे। Therefore 1 becomes P upon √3/2, Q upon साइन 135 कितना जी अपने को 1/√2, R upon √3 + 1/√2। बस ये रेशो आ गई। जो थोड़ा हो सॉल्व कर सकते हैं, नीचे 2√2 ना मल्टीप्लाई करता, जे 2√2 ना मल्टीप्लाई करांगे ये √6 बन जाएगा, ये 2 आ जाएगा। ये मर्जी अपनी नहीं मल्टीप्लाई करना तो और तक छड़ सकते आप। ये रेशो आ गई, मतलब P रेशो Q रेशो R कितना आ गया जी अपने को √6 रेशो 2 रेशो √3 + 1। ये अपना आंसर आ गया।
ਅੱਗੇ ਕੁਐਸਚਨ ਕਰਦੇ ਹਾਂ ਆਪਾਂ ਇਸ ਤੋਂ ਬਾਅਦ। ਹੁਣ ਦੇਖੋ ਥੋੜ੍ਹਾ ਜਿਹਾ ਅੱਗੇ ਇੱਕ ਨਵੀਂ ਚੀਜ਼ ਆਉਣੀ ਹੈਗੀ ਹੈ, ਨਵੀਂ ਟਰਮ ਆਉਣੀ ਹੈਗੀ ਹੈ। ਉਹ ਟਰਮ ਅੱਗੇ ਕਾਫੀ ਯੂਜ਼ ਹੋਊਗੀ, ਇਸ ਕਰਕੇ ਸਮਝ ਲਿਓ ਧਿਆਨ ਨਾਲ ਅਤੇ ਉਹਨੂੰ ਧਿਆਨ 'ਚ ਰੱਖਣਾ ਹੈਗਾ। ਅੱਗੇ ਕਾਫੀ ਯੂਜ਼ ਕਰਾਂਗੇ ਆਪਾਂ। ਉਹ ਵਰਡ ਹੈਗਾ ਆਪਣੇ ਕੋਲ ਟੈਂਸ਼ਨ। ਟੈਂਸ਼ਨ ਇਹ ਇੱਕ ਫੋਰਸ ਹੁੰਦੀ ਆ। ਆਪਣਾ ਕੰਮ ਕੀ ਹੈ ਇਹਦੇ 'ਚ ਹੁਣ ਦੇਖਣਾ ਕਿ ਇਹ ਟੈਂਸ਼ਨ ਫੋਰਸ ਕਦੋਂ ਐਗਜ਼ਿਸਟ ਕਰੂਗੀ, ਕਦੋਂ ਪਿਕਚਰ 'ਚ ਆਊਗੀ ਸਾਹਮਣੇ ਆਪਣੇ। ਇਹ ਟੈਂਸ਼ਨ ਦੀ ਗੱਲ ਤਾਂ ਹੋਊਗੀ, ਟੈਂਸ਼ਨ ਹੁੰਦੀ ਕਿਹਦੇ ਵਿੱਚ ਆ, ਜਿਵੇਂ ਕੋਈ ਸਟਰਿੰਗ ਆ, ਮੰਨ ਲਓ ਇੱਥੇ ਆਪਾਂ ਨੇ ਸਟਰਿੰਗ ਧਾਗਾ। ਹੁਣ ਇਹ ਗੱਲਾਂ ਅੱਗੇ ਇੱਦਾਂ ਦੀਆਂ ਗੱਲਾਂ ਆਉਣਗੀਆਂ, ਇਹ ਧਿਆਨ ਰੱਖਣੀਆਂ ਗੱਲਾਂ ਸਾਰੀਆਂ। ਟੈਂਸ਼ਨ ਬਹੁਤ ਯੂਜ਼ ਕਰਾਂਗੇ ਟੌਪਿਕ ਆਪਾਂ, ਇਹ ਫੋਰਸ ਆਪਾਂ ਕਾਫੀ ਯੂਜ਼ ਕਰਨੀ ਆ। ਆਹ ਕੋਈ ਧਾਗਾ ਮੰਨ ਲਓ, ਜਿਵੇਂ ਆਪਣਾ ਆਮ ਧਾਗਾ ਹੁੰਦਾ ਮੋਟਾ, ਇੱਥੇ ਆਪਾਂ ਨੇ ਇਹ ਕੋਈ ਸਰਫੇਸ ਆ, ਇੱਥੇ ਆਪਾਂ ਧਾਗਾ ਬੰਨ੍ਹਤਾ, ਧਾਗਾ ਬਣ ਕੇ ਧਾਗਾ ਇਹ ਲਮਕ ਰਿਹਾ। ਇੱਧਰਲੇ ਪਾਸੇ ਆਪਾਂ ਨੇ ਇੱਕ ਭਾਰ ਬੰਨ੍ਹਤਾ, ਵੇਟ ਇੱਧਰਲੇ ਪਾਸੇ। ਚਲੋ ਇਹਦਾ ਮਾਸ ਕੀ, ਇਹਦਾ ਇੱਧਰ ਪਾਸੇ ਵੇਟ ਬੰਨ੍ਹਤਾ ਆਪਾਂ ਨੇ, ਮੰਨ ਲਓ 20 kg ਬੰਨ੍ਹਤਾ। ਦੁਬਾਰਾ ਦੇਖੋ ਕਿਵੇਂ ਆ, ਇਹ ਸਰਫੇਸ ਆ, ਇਹ ਸਰਫੇਸ ਦੇ ਉੱਪਰ ਆਪਾਂ ਨੇ ਇੱਥੇ ਸਟਰਿੰਗ ਬੰਨਿਆ, ਧਾਗਾ ਬੰਨਿਆ, ਧਾਗਾ ਲਮਕਾਤਾ। ਇੱਧਰਲੇ ਪਾਸੇ ਆਪਾਂ ਕੋਈ ਭਾਰ ਬੰਨ੍ਹਤਾ, ਕੋਈ ਵੇਟ ਬੰਨ੍ਹਤਾ ਜੀ 20 kg। ਅਤੇ ਇਹ ਸਟਰਿੰਗ ਅਜਿਹੀ ਆ ਕਿ ਇਹ ਭਾਰ ਸਹਾਰ ਸਕਦੀ ਆ। ਮਤਲਬ ਕਿ ਇਹ ਸਟਰਿੰਗ ਜਿਹੜੀ ਹੈਗੀ ਆ ਇਹ ਭਾਰ ਸਹਾਰ ਸਕਦੇ। ਸਹਾਰ ਮਤਲਬ ਕਿ 20 kg ਵੇਟ ਪਾਵਾਂਗੇ ਸਟਰਿੰਗ ਨਹੀਂ ਟੁੱਟੂਗੀ, ਇਹਦਾ ਮਤਲਬ ਇਹ। ਕਈ ਵਾਰੀ ਇੱਦਾਂ ਹੁੰਦਾ ਨਾ ਕਿ ਕੋਈ ਧਾਗਾ ਹੈਗਾ, ਜੇ ਜ਼ਿਆਦਾ ਵੇਟ ਪਾ ਦੇਵਾਂ ਉਹ ਟੁੱਟ ਜਾਏਗਾ, ਇਹ ਟੁੱਟੇਗਾ ਨਹੀਂ। ਮਤਲਬ ਇੰਨਾ 20 kg ਵੇਟ ਇਹ ਸਹਾਰ ਸਕਦੀ ਆ ਮੰਨ ਲਓ। ਹੁਣ ਗੱਲ ਦੇਖੋ ਧਿਆਨ ਨਾਲ, ਜੇ ਆਪਾਂ ਗੱਲ ਦੇਖੀਏ ਇੱਧਰ ਫੋਰਸ, ਨੀਚੇ ਫੋਰਸ ਲੱਗ ਰਹੀ ਹੈ ਇੱਧਰਲੇ ਪਾਸੇ 20 kg ਦੀ। ਜੇ ਮੈਂ ਡਾਇਗਰਾਮ ਥੋੜ੍ਹਾ ਇੱਦਾਂ ਬਣਾਉਣ ਦੀ ਕੋਸ਼ਿਸ਼ ਕਰਾਂ, ਆਹ ਬਾਡੀ ਆ, ਇਹਦੇ ਉੱਪਰ ਬੰਦਾ ਫੋਰਸ ਲਾ ਰਿਹਾ, ਇੱਧਰਲੇ ਪਾਸੇ ਫੋਰਸ ਲਾ ਰਿਹਾ 20 kg ਦੀ। ਵੈਸੇ ਹੀ ਕਹਿ ਰਹੇ ਆਪਾਂ, ਬਾਡੀ ਕਹਿ ਲਓ ਚਾਹੇ ਪਾਰਟੀਕਲ ਕਹਿ ਲਓ, ਜਿਸ ਤਰ੍ਹਾਂ ਮਰਜ਼ੀ ਕਰ ਲਓ। ਇੱਦਾਂ ਸਿੰਪਲ ਐਂ ਵੀ ਸ਼ੋਅ ਕਰ ਸਕਦੇ ਹਾਂ। ਦਿਖਾਉਣ ਵਾਸਤੇ ਮੋਟੀ ਬਣਾਈ ਹੈਗੀ, ਉਹ ਇੱਕ ਡਾਟ ਵੀ ਬਣਾ ਸਕਦੇ ਹਾਂ ਆਪਾਂ, ਇਹ ਕੋਈ ਪ੍ਰੋਬਲਮ ਨਹੀਂ ਹੈਗੀ। ਮਤਲਬ ਜੇ ਮੈਂ ਇੱਦਾਂ ਬਣਾਵਾਂ ਨਾ, ਇੱਥੇ ਮੈਂ 20 kg ਪਾ ਦੇਵਾਂ ਜੀ, ਤਾਂ ਕੋਈ ਫਰਕ ਨਹੀਂ ਹੈਗਾ ਸਮਝਾਉਣ ਵਾਸਤੇ। ਇੱਦਾਂ ਬਾਡੀ ਇੱਦਾਂ ਬਣਾ ਲਓ ਚਾਹੇ ਡਾਟ ਬਣਾ ਲਓ, ਜਿਸ ਤਰ੍ਹਾਂ ਮਰਜ਼ੀ ਬਣਾ ਲਓ, ਕੋਈ ਫਰਕ ਨਹੀਂ ਪੈਂਦਾ। ਇਹ ਹੁਣ ਤੁਸੀਂ ਆਪ ਦਿਮਾਗ ਲਾਓ ਇਹਦੇ ਵਿੱਚ। ਜੇ ਇੱਕ ਪਾਰਟੀਕਲ 'ਤੇ ਆਪਾਂ ਇੱਕ ਪਾਸੇ ਫੋਰਸ ਲਾ ਰਹੇ ਹਾਂ, ਕੀ ਉਹ ਪਾਰਟੀਕਲ ਸਟੇਬਲ ਰਹੂਗਾ, ਇਕੁਇਲਿਬਰੀਅਮ 'ਚ ਰਹੂਗਾ ਕਿ ਮੂਵ ਕਰੇਗਾ? ਇੱਕ ਪਾਰਟੀਕਲ 'ਤੇ ਆਪਾਂ ਇੱਕ ਪਾਸੇ ਫੋਰਸ ਲਾਤੀ, ਕਿ ਤੁਹਾਡੇ ਅਕੋਰਡਿੰਗ ਇਹ ਪਾਰਟੀਕਲ ਖੜੇਗਾ ਕਿ ਅੱਗੇ ਮੂਵ ਕਰ ਜਾਏਗਾ? ਇਹ ਪਾਰਟੀਕਲ ਅੱਗੇ ਮੂਵ ਕਰੂਗਾ, ਇਕੁਇਲਿਬਰੀਅਮ ਦੇ ਵਿੱਚ ਨਹੀਂ ਰਹਿਣਾ ਹੈਗਾ। ਇਕੁਇਲਿਬਰੀਅਮ 'ਚ ਕਦੋਂ ਆਊਗਾ? ਜਦੋਂ ਇਹ ਇਕੁਅਲ ਅਤੇ ਆਪੋਜ਼ਿਟ ਫੋਰਸ ਇੱਧਰਲੇ ਪਾਸੇ ਆਪਾਂ ਲਾਵਾਂਗੇ ਤਾਂ ਇਹ ਇਕੁਇਲਿਬਰੀਅਮ ਦੇ ਵਿੱਚ ਆਊਗਾ। ਮਤਲਬ ਜੇ ਪਾਰਟੀਕਲ 'ਤੇ ਆਪਾਂ ਇੱਕ ਫੋਰਸ ਲਾ ਰਹੇ ਹਾਂ ਤਾਂ ਪਾਰਟੀਕਲ ਪੱਕਾ ਮੂਵ ਕਰੂਗਾ। ਮੂਵ ਕਰਨਾ ਚਾਹੀਦਾ ਕਿ ਉਹ ਪਾਰਟੀਕਲ ਦਾ ਫੋਰਸ ਲਾਵਾਂਗੇ, ਧੱਕਾ ਮਾਰੋਗੇ ਅੱਗੇ ਪਾਸੇ, ਅੱਗੇ ਖਿੱਚੋਗੇ ਅੱਗੇ ਖਿੱਚੋਗੇ ਤਾਂ ਪਾਰਟੀਕਲ ਤਾਂ ਅੱਗੇ ਆ ਜਾਊਗਾ। ਉਰੇ ਦੇਖੀਏ ਆਪਾਂ, ਇਹੀ ਕੰਸੈਪਟ ਦੇਖੀਏ, ਚਾਹੇ ਆਹ ਡਾਇਗਰਾਮ, ਜਿਹੜੀ ਮੈਂ ਡਾਇਗਰਾਮ ਮੰਨ ਲਓ, ਦੋਨੇ ਡਾਇਗਰਾਮਾਂ ਸੇਮ ਹੀ ਨੇ। ਉਰੇ ਦੇਖੀਏ ਆਪਾਂ, ਇਹ ਪਾਰਟੀਕਲ ਜਾਂ ਮਾਸ ਆ, ਇਹਦੇ ਉੱਪਰ ਫੋਰਸ ਲੱਗ ਰਹੀ ਕਿੰਨੀ? 20 kg ਦੀ ਫੋਰਸ। ਇਹ ਜਿਹੜਾ ਵੇਟ ਹੁੰਦਾ ਨਾ, ਹਮੇਸ਼ਾ ਡਿਊ ਟੂ ਗ੍ਰੈਵਿਟੀ ਧਰਤੀ ਨੀਚੇ ਨੂੰ ਖਿੱਚਦੀ ਆ ਉਹਨੂੰ। ਕਿਸੇ ਪਾਰਟੀਕਲ ਨੂੰ ਧਰਤੀ ਨੀਚੇ ਨੂੰ ਖਿੱਚੇਗੀ, ਉਹਨੂੰ ਵੇਟ ਕਹਿੰਦੇ ਆ। ਚਲੋ ਆਪਾਂ ਜਿਹੜਾ ਇਹਦਾ ਵੇਟ ਆ ਉਹ ਨੀਚੇ ਨੂੰ ਆ। ਨੀਚੇ ਨੂੰ ਕਿਉਂ ਹੈਗਾ? ਧਰਤੀ ਨੂੰ ਜਿਹੜੀ ਅਰਥ ਹੈਗੀ ਆ ਡਿਊ ਟੂ ਗ੍ਰੈਵਿਟੀ ਇਹਨੂੰ ਨੀਚੇ ਖਿੱਚ ਰਹੀ ਹੈ, ਤਾਂ ਵੇਟ ਇਹੀ ਆ। ਹੁਣ ਪਾਰਟੀਕਲ ਦੇ ਇੱਕ ਸਾਈਡ ਫੋਰਸ ਲੱਗ ਰਹੀ ਆ, ਅਤੇ ਤੁਹਾਨੂੰ ਇਹ ਕਿਹਾ ਹੋਇਆ ਹੈਗਾ ਕਿ ਇਹ ਸਟਰਿੰਗ ਜਿਹੜੀ ਹੈਗੀ ਆ
ਇਹ ਵਾਲਾ ਮਾਸ ਜਾਂ ਇਹ ਵਾਲਾ ਵੇਟ ਸਹਾਰ ਸਕਦੀ ਹੈਗੀ ਆ, ਸਹਾਰ ਇਹ ਟੁੱਟੇਗੀ ਨਹੀਂ। ਤੁਹਾਨੂੰ ਇਹ ਗੱਲ ਕਹਿ ਤਾ ਇਹ ਸਟਿੰਗ ਨਹੀਂ ਟੁੱਟ ਰਹੀ ਹੈਗੀ, ਵੇਟ ਇੱਕ ਫੋਰਸ ਨੀਚੇ ਨੂੰ ਐਕਟ ਕਰ ਰਹੀ ਹੈਗੀ ਆ, ਤਾਂ ਇਹ ਪਾਰਟੀਕਲ ਨੀਚੇ ਮੂਵ ਕਰੂਗਾ ਕਿ ਨਹੀਂ ਮੂਵ ਕਰੂਗਾ, ਕਿ ਇੱਥੇ ਹੀ ਖੜਾ ਰਹੂਗਾ। ਇਹ ਦੁਬਾਰਾ ਸੁਣੋ, ਤੁਹਾਨੂੰ ਇਹ ਗੱਲ ਕਹਿਤੀ ਕਿ ਇਹ ਸਟਰਿੰਗ ਇੰਨੀ ਕੀ ਵਧੀ ਹੈਗੀ ਆ, ਇੰਨੀ ਕੀ ਮਜ਼ਬੂਤ ਹੈਗੀ ਆ ਕਿ ਇੰਨਾ ਭਾਰ ਸਹਾਰ ਸੇ ਟੁੱਟੇਗੀ ਨਹੀਂ। ਜਿਵੇਂ ਆ ਮੈਂ ਚੌਕ ਫੜਿਆ ਹੋਇਆ, ਇਹ ਚੌਕ ਫੜਿਆ ਹੋਇਆ ਮੈਂ, ਇਹ ਇਹਦਾ ਕੋਈ ਨਾ ਕੋਈ ਵੇਟ ਹੋਊਗਾ। ਇਹ ਚੌਕ ਫੜਿਆ ਹੈ, ਭਾਰ ਇਹਦਾ ਨੀਚੇ ਨੂੰ ਆ, ਵੇਟ ਇਹਦਾ ਨੀਚੇ ਨੂੰ ਆ। ਚੌਕ ਦੀ ਥਾਂ 'ਤੇ ਮੈਂ ਕੋਈ ਹੋਰ ਐਗਜ਼ਾਮਪਲ ਲੈ ਲੈਣਾ, ਚਲੋ ਤੁਹਾਨੂੰ ਦਿਖ ਜਾਏਗਾ ਨਾਲੇ। ਆਹ ਡਸਟਰ ਫੜਿਆ ਹੋਇਆ ਦੇਖੋ ਮੈਂ, ਜੇ ਡਸਟਰ ਫੜਿਆ ਹੋਇਆ ਹੈਗਾ ਤਾਂ ਜਿਹੜਾ ਆਹ ਵੇਟ ਹੈਗਾ ਡਸਟਰ ਕੋਈ ਨਾ ਕੋਈ ਭਾਰ ਹੋਊਗਾ, ਇਹ ਵੇਟ ਨੀਚੇ ਨੂੰ ਆਊਗਾ। ਇੱਥੋਂ ਜੇ ਫੜਿਆ ਹੋਇਆ ਮੈਂ, ਇਹ ਡਸਟਰ ਦੀ ਫੋਰਸ ਜਿਹੜੀ ਹੈਗੀ ਜਾਂ ਫੋਰਸ ਨੀਚੇ ਲੱਗ ਰਹੀ ਆ, ਆਹ ਸਿੰਗਲ ਫੋਰਸ ਨੀਚੇ ਲੱਗ ਰਹੀ ਹੈ ਇਹਦੇ। ਉਰੇ ਆਪਾਂ ਨੇ ਕਿਹਾ ਹੈਗਾ ਕਿ ਆਹ ਸਿੰਗਲ ਫੋਰਸ 'ਚ ਲਾਵਾਂਗੇ ਤਾਂ ਪਾਰਟੀਕਲ ਮੂਵ ਕਰਨਾ ਚਾਹੀਦਾ ਪੱਕਾ। ਉਰੇ ਸਿੰਗਲ ਫੋਰਸ ਲੱਗ ਰਹੀ ਆ, ਆਹ ਦੇਖੋ ਵੇਟ, ਆਹ ਵੇਟ ਦੀ ਵੇਟ ਨੀਚੇ ਨੂੰ ਲੱਗ ਰਿਹਾ, ਇਹਦਾ ਭਾਰ ਨੀਚੇ ਨੂੰ ਆ। ਜੇ ਭਾਰ ਨੀਚੇ ਨੂੰ ਹੈਗਾ, ਡਸਟਰ ਨੀਚੇ ਕਿਉਂ ਨਹੀਂ ਜਾ ਰਿਹਾ? ਮਤਲਬ ਜੇ ਭਾਰ ਇਹਦਾ ਨੀਚੇ ਨੂੰ ਆ, ਫੋਰਸ ਸਿੰਗਲ ਨੀਚੇ ਲੱਗ ਰਹੀ ਹੈ, ਸਿੰਗਲ ਫੋਰਸ ਲੱਗੇ ਤਾਂ ਪਾਰਟੀਕਲ ਪੱਕਾ ਮੂਵ ਕਰਨਾ ਚਾਹੀਦਾ। ਉਰੇ ਸਿੰਗਲ ਫੋਰਸ ਲੱਗ ਰਹੀ ਹੈਗੀ ਆ, ਨੀਚੇ ਨੂੰ ਫੋਰਸ ਲੱਗ ਰਹੀ ਹੈਗੀ ਆ, ਸਿੰਗਲ ਫੋਰਸ ਦਿਖ ਰਹੀ ਆ ਆਪਾਂ ਨੂੰ, ਦਿਖ ਰਹੀ ਆ। ਇਹ ਪਾਰਟੀਕਲ ਇੱਥੇ ਖੜੂਗਾ ਕਿ ਨੀਚੇ ਜਾਊਗਾ? ਇਹ ਡਸਟਰ ਇੱਥੇ ਖੜਾ ਕਿ ਨੀਚੇ ਜਾ ਰਿਹਾ? ਇਹ ਖੜੇਗਾ। ਇਹ ਪੋਸੀਬਲ ਨਹੀਂ ਲੱਗ ਰਿਹਾ ਆਪਾਂ ਨੂੰ। ਪੋਸੀਬਲ ਕਿਉਂ ਨਹੀਂ ਲੱਗ ਰਿਹਾ ਹੈਗਾ? ਆਪਾਂ ਹੁਣ ਪੜ੍ਹ ਕੇ ਤੁਹਾਡੇ ਆ ਕਿ ਜੇ ਆਪਣੇ ਕੋਲ ਸਿੰਗਲ ਫੋਰਸ ਹੋਊਗੀ, ਇੱਕ ਪਾਰਟੀਕਲ ਦੀ ਸਿੰਗਲ ਫੋਰਸ ਹੋਊਗੀ ਤਾਂ ਪਾਰਟੀਕਲ ਪੱਕਾ ਮੂਵ ਕਰਨਾ ਚਾਹੀਦਾ, ਪਰ ਇਹ ਮੂਵ ਹੀ ਨਹੀਂ ਕਰ ਰਿਹਾ। ਪਾਰਟੀਕਲ ਇਕੁਇਲਿਬਰੀਅਮ ਵਿੱਚ ਰਹੂਗਾ ਨਾ, ਲੱਗ ਰਿਹਾ ਇੱਕ ਖੜਾ ਰਹੂਗਾ ਇਹ, ਕਿਉਂਕਿ ਇਹ ਧਾਗਾ ਇਹਨੂੰ ਫੜ ਕੇ ਰੱਖੂਗਾ। ਪਰ ਇਹ ਗੱਲ ਹਜੇ ਵੀ ਸਮਝ ਨਹੀਂ ਆ ਰਹੀ, ਪ੍ਰੋਪਰ ਸਮਝ ਕਿਉਂ ਨਹੀਂ ਆ ਰਹੀ ਆਪਾਂ ਨੂੰ? ਆਪਾਂ ਨੂੰ ਇਹ ਗੱਲ ਪਤਾ ਹੈਗੀ ਆ ਕਿ ਪਾਰਟੀਕਲ ਤਾਂ ਮੂਵ ਨਹੀਂ ਕਰੂਗਾ, ਪਾਰਟੀਕਲ ਤਾਂ ਇਕੁਇਲਿਬਰੀਅਮ ਵਿੱਚ ਰਹੂਗਾ ਜੇ ਇਹਦੇ ਇਕੁਅਲ ਤੇ ਆਪੋਜ਼ਿਟ ਫੋਰਸ ਇੱਧਰਲੇ ਪਾਸੇ ਹੋਊਗੀ, ਤਾਂ ਹੀ ਪਾਰਟੀਕਲ ਮੂਵ ਕਰੇਗਾ, ਬੈਲੈਂਸ ਕਰੇਗਾ। ਮਤਲਬ ਕਿ ਪਾਰਟੀਕਲ ਇਕੁਇਲਿਬਰੀਅਮ ਵਿੱਚ ਰਹੇਗਾ। ਜੇ 20 kg ਫੋਰਸ ਮੈਂ ਇੱਧਰ ਲਾ ਦੇਵਾਂ, ਇੱਕ ਫੋਰਸ ਇੱਧਰ ਲੱਗ ਰਹੀ ਹੈ, ਇੱਕ ਫੋਰਸ ਇੱਧਰ ਲੱਗ ਰਹੀ ਹੈ, ਤਾਂ ਹੁਣ ਗੱਲ ਸਮਝ ਆ ਰਹੀ ਹੈ ਕਿ ਹਾਂ ਪਾਰਟੀਕਲ ਮੂਵ ਨਹੀਂ ਕਰੇਗਾ। ਪਰ ਉਰੇ ਗੱਲ ਹਜੇ ਵੀ ਸਮਝ ਨਹੀਂ ਲੱਗ ਰਹੀ ਹੈਗੀ ਕਿ ਫੋਰਸ ਇੱਕ ਲੱਗ ਰਹੀ ਆ, ਪਾਰਟੀਕਲ ਮੂਵ ਕਿਉਂ ਨਹੀਂ ਕਰ ਰਿਹਾ ਹੈਗਾ, ਦੂਜੀ ਫੋਰਸ ਹੈ ਹੀ ਨਹੀਂ ਇਹਦੇ ਵਿੱਚ। ਇਹ ਗੱਲ ਤਾਂ ਲੱਗ ਰਿਹਾ ਪਤਾ ਕਿ ਸਟਰਿੰਗ ਨੇ ਫੜਿਆ ਹੋਇਆ ਇਹਨੂੰ। ਜੇ ਦੋ ਫੋਰਸਾਂ ਹੋਣ ਫਿਰ ਆਪਾਂ ਗੱਲ ਜ਼ਿਆਦਾ ਕਲੀਅਰ ਹੋ ਜਾਊਗੀ। ਤਾਂ ਕੀ ਹੋਊਗਾ, ਜਦੋਂ ਇਹ ਪਾਰਟੀਕਲ ਬੰਨਾਂਗੇ ਆਪਾਂ ਇਹਦੇ ਉੱਪਰ, ਛੱਡਤਾ ਆਪਾਂ ਨੇ, ਤਾਂ ਸਟਰਿੰਗ ਦੇ ਵਿੱਚ ਖਿੱਚ ਪੈਦਾ ਹੋਊਗੀ। ਜੇ ਸਟਰਿੰਗ ਵਿੱਚ ਖਿੱਚ ਪੈਦਾ ਹੋਏਗੀ ਤਾਂ ਖਿੱਚਣ ਨਾਲ ਇੱਕ ਸਟਰਿੰਗ ਦੇ ਵਿੱਚ ਇਨਬਿਲਟ ਫੋਰਸ ਪੈਦਾ ਹੁੰਦੀ ਹੈ, ਅੰਦਰੀ ਫੋਰਸ ਪੈਦਾ ਹੁੰਦੀ ਹੈ। ਉਹ ਫੋਰਸ ਨੂੰ ਕਹਿੰਦੇ ਆਪਾਂ ਟੈਂਸ਼ਨ। ਜਦੋਂ ਆਪਾਂ ਸਟਰਿੰਗ ਦੇ ਵਿੱਚ ਕਿਸੇ ਚੀਜ਼ 'ਚ ਖਿਚਾਅ ਪੈਦਾ ਕਰਦੇ ਹਾਂ, ਜਿਵੇਂ ਇਹਨੂੰ ਖਿੱਚਿਆ ਆਪਾਂ ਨੀਚੇ ਨੂੰ, ਜੋ ਖਿਚਾਅ ਪੈਦਾ ਹੋਊਗਾ ਕਿਸੇ ਚੀਜ਼ ਦੇ ਵਿੱਚ, ਤਾਂ ਅੰਦਰੋਂ ਹੀ ਇਨਬਿਲਟ ਇੱਕ ਫੋਰਸ ਪੈਦਾ ਹੋਏਗੀ ਇਹਦੇ ਵਿੱਚ, ਸਟਰਿੰਗ ਦੇ ਵਿੱਚ, ਉਹਨੂੰ ਟੈਂਸ਼ਨ ਕਹਾਂਗੇ। ਤਾਂ ਇਹ ਫੋਰਸ ਇਨਬਿਲਟ ਪੈਦਾ ਹੋਏਗੀ ਇੱਧਰ ਨੂੰ, ਫੋਰਸ ਇਹ ਪਿੱਛੇ ਨੂੰ ਪੈਦਾ ਹੋਏਗੀ, ਅਤੇ ਇਹ ਕਿੰਨੀ ਹੋਊਗੀ? ਇਹ 20 kg ਹੋਊਗੀ। ਹੁਣ ਸ਼ਾਇਦ ਸਮਝ ਆਏ ਤੁਹਾਨੂੰ ਕਿਵੇਂ ਆ ਕਿ ਹੁਣ ਬਾਡੀ ਮੂਵ ਕਰੇਗੀ। ਹੁਣ ਲੱਗ ਰਿਹਾ ਪਤਾ ਕਿ 20 kg ਫੋਰਸ ਇੱਧਰ ਆ, 20 kg ਫੋਰਸ ਇੱਧਰ ਆ, ਦੋਨੇ ਬੈਲੈਂਸ ਕਰ ਗਏ, ਪਾਰਟੀਕਲ ਮੂਵ ਨਹੀਂ ਕਰੇਗਾ। ਇਹ ਫੋਰਸ ਕਿੱਥੋਂ ਆਈ ਆ? ਜਦੋਂ ਕਿਸੇ ਸਟਰਿੰਗ ਦੇ ਵਿੱਚ ਖਿਚਾਅ ਹੋਊਗਾ, ਸਟਰੈਚ ਕਰਾਂਗੇ ਕਿਸੇ ਸਟਰਿੰਗ ਨੂੰ ਆਪਾਂ, ਉਦੋਂ ਉਹਦੇ ਵਿੱਚ ਇਨਬਿਲਟ ਫੋਰਸ ਪੈਦਾ ਹੋਏਗੀ, ਉਹਨੂੰ ਟੈਂਸ਼ਨ ਕਹਾਂਗੇ। ਅਤੇ ਇਹ ਫੋਰਸ ਦੀ ਡਾਇਰੈਕਸ਼ਨ ਸਟਰਿੰਗ ਦੇ ਅੰਦਰਲੇ ਪਾਸੇ ਹੋਊਗੀ। ਇਹ ਗੱਲ ਡਾਇਰੈਕਸ਼ਨ ਵੀ ਧਿਆਨ ਰੱਖਣੀ ਆ ਆਪਾਂ। ਜਿਵੇਂ ਆਹ ਸੀ ਇੱਥੇ ਬੰਨਿਆ ਹੋਇਆ ਮੰਨ ਲਓ ਆਪਾਂ ਨੇ, ਜਦੋਂ ਸਟਰੈਚ ਕਰਾਂ ਤਾਂ ਇਹ ਫੋਰਸ ਆਊਗੀ। ਜੇ ਮੈਂ ਇਹਨੂੰ ਫੜ ਕੇ ਇੱਧਰ ਨੂੰ ਦੱਬਾਂ ਕਿ ਸਟਰਿੰਗ 'ਚ ਖਿਚਾਅ ਪੈਦਾ ਹੋਊਗਾ, ਸਟਰੈਚ ਹੁੰਦਾ ਖਿੱਚਣਾ। ਜੇ ਇਹ ਫੋਰਸ ਫੜ ਕੇ ਆਪਾਂ ਇੱਥੋਂ ਪਾਰਟੀਕਲ ਫੜ ਕੇ ਅੱਗੇ ਨੂੰ ਕਰੀਏ ਆਪਾਂ, ਤਾਂ ਸਟਰਿੰਗ ਤਾਂ ਲੂਜ਼ ਹੋ ਜਾਣੀ ਹੈ, ਸਟਰੈਚ ਤਾਂ ਹੋਈ ਨਹੀਂ ਹੈਗੀ, ਇਹ ਟੈਨਸ਼ਨ ਨਹੀਂ ਆਉਣੀ ਇਹਦੇ ਵਿੱਚ। ਜੇ ਆਪਾਂ ਫੋਰਸ ਇੱਧਰਲੇ ਪਾਸੇ ਲਾਵਾਂਗੇ, ਇੱਥੇ ਬੰਨਿਆ ਹੋਇਆ, ਫਿਰ ਖਿਚਾਅ ਪੈਦਾ ਹੋਊਗਾ ਇੱਧਰ। ਜੇ ਖਿਚਾਅ ਪੈਦਾ ਹੋਏਗਾ, ਸਟ੍ਰੈਚਨੈਸ ਪੈਦਾ ਹੋਏਗੀ, ਇਹਦੇ ਵਿੱਚ ਖਿਚਾਅ ਨਾਲ, ਫਿਰ ਇਹ 'ਚ ਟੈਂਸ਼ਨ ਫੋਰਸ ਆਏਗੀ। ਟੈਂਸ਼ਨ ਫੋਰਸ ਕੀ ਹੋਊਗੀ? ਸਟਰਿੰਗ ਦੇ ਅੰਦਰਲੇ ਪਾਸੇ, ਸਟਰਿੰਗ ਦੇ ਅੰਦਰਲੇ ਪਾਸੇ ਹੁੰਦੀ ਹੈ ਟੈਂਸ਼ਨ।
ਇਹ ਪਿਕਚਰ ਦੇ ਵਿੱਚ ਸਾਹਮਣੇ ਤਾਂ ਆਊਗੀ ਜਦੋਂ ਸਟਰਿੰਗ ਦੇ ਵਿੱਚ ਖਿਚਾਅ ਪੈਦਾ ਹੋਊਗਾ। ਜੇ ਤੁਸੀਂ ਸਟਰਿੰਗ ਨੂੰ ਐਂ ਲੂਜ਼ ਛੱਡ ਦਿਓ, ਬਸ ਕੋਈ ਵੇਟ ਨਹੀਂ ਪਾਇਆ ਇਹਦੇ ਉੱਪਰ, ਤਾਂ ਕੋਈ ਟੈਨਸ਼ਨ ਨਹੀਂ ਆਊਗੀ ਇਹਦੇ ਵਿੱਚ। ਜਦੋਂ ਇਹਦੇ ਉੱਪਰ ਲੋਡ ਪਊਗਾ ਤਾਂ ਟੈਨਸ਼ਨ ਆਊਗੀ। ਸਿੰਪਲ ਹੀ ਗੱਲ ਆ। ਜੇ ਬੱਚੇ ਦੇ ਦਿਮਾਗ 'ਤੇ ਲੋਡ ਪੈਂਦਾ ਹੈਗਾ ਤਾਂ ਹੀ ਟੈਨਸ਼ਨ ਦਿਮਾਗ 'ਚ ਪੈਦਾ ਹੁੰਦੀ ਹੈ। ਉਵੇਂ ਆ, ਜੇ ਸਟਰਿੰਗ ਉੱਪਰ ਕੋਈ ਲੋਡ ਪਾਓਗੇ, ਲੋਡ ਮਤਲਬ ਕਿ ਵੇਟ ਪਾਓਗੇ, ਕੋਈ ਖਿਚਾਅ ਪਾਓਗੇ, ਤਾਂ ਹੀ ਟੈਨਸ਼ਨ ਆਊਗੀ ਇਹਦੇ ਵਿੱਚ ਵੀ। ਇਹ ਗੱਲ ਧਿਆਨ। ਬਾਕੀ ਜਿਵੇਂ ਆਪਾਂ ਕੁਐਸਚਨ ਕਰਦੇ ਹੋਰ ਕਨਸੈਪਟ ਕਲੀਅਰ ਹੋਊਗਾ, ਪਰ ਇਹ ਟੈਨਸ਼ਨ ਜੇ ਤੁਹਾਨੂੰ ਨਾ ਸਮਝ ਆਇਆ ਤਾਂ ਅੱਗੇ ਕਨਸੈਪਟ ਤੋਂ ਚੱਲਣਾ ਨਹੀਂ ਹੈਗਾ। ਅੱਗੇ ਮੋਸਟਲੀ ਐਂ ਲੜੋਗੇ ਹਰੇਕ ਚੈਪਟਰ ਦੇ ਵਿੱਚ ਇਹ ਟੈਨਸ਼ਨ ਵਰਡ ਕਾਫੀ ਯੂਜ਼ ਕਰਾਂਗੇ ਆਪਾਂ। ਤਾਂ ਟੈਨਸ਼ਨ ਕੀ ਹੋਗੀ? ਟੈਨਸ਼ਨ ਇੱਕ ਇਨਬਿਲਡ ਫੋਰਸ ਆ। ਇਹ ਕਦੋਂ ਸਾਹਮਣੇ ਆਊਗੀ? ਜਦੋਂ ਕਿਸੇ ਸਟਰਿੰਗ ਦੇ ਵਿੱਚ ਆਪਾਂ ਕੋਈ ਵੇਟ ਲਮਕਾਵਾਂਗੇ ਜਾਂ ਕੋਈ ਮਾਸ ਲਮਕਾਵਾਂਗੇ, ਜਾਂ ਸਟਰਿੰਗ 'ਚ ਜਦੋਂ ਸਟ੍ਰੈਚਨੈਸ ਹੋਊਗੀ, ਜੋ ਸਟਰਿੰਗ ਸਟ੍ਰੈਚ ਕਰਾਂਗੇ। ਇਹਦੇ ਉੱਪਰ ਫਿਰ ਬੇਸਡ ਆਪਾਂ ਇੱਕ ਬੜਾ ਇੰਪੋਰਟੈਂਟ ਨਿਊਮੈਰੀਕਲ ਆ, 2-3 ਨਿਊਮੈਰੀਕਲ ਕਾਫੀ ਇੰਪੋਰਟੈਂਟ ਨੇ ਇਹਦੇ ਵਿੱਚ, ਉਹ ਕਰਵਾ ਰਹੇ ਹਾਂ। ਉਹ ਦੇਖੀਏ ਪਹਿਲਾਂ ਆਪਾਂ। ਵੈਸੇ ਵੀਡੀਓ ਲੈਕਚਰ ਇੱਕ ਫਾਇਦਾ ਹੈਗਾ ਕਿ ਤੁਸੀਂ ਰਿਪੀਟ ਕਰ ਸਕਦੇ ਹੈਗੇ ਹੋ ਪਿੱਛੇ ਜਾ ਕੇ। ਤੁਸੀਂ ਕਿੰਨੇ ਮਰਜ਼ੀ ਵਾਰ ਰਿਪੀਟ ਕਰਵਾ ਸਕਦੇ ਹੋ ਟੀਚਰ ਨੂੰ। ਸੋ ਦੇਖੋ, ਕੁਐਸਚਨ ਪੜ੍ਹ ਰਿਹਾ ਹੈਗਾ ਮੈਂ, ਇਹ ਸਮਝਣਾ ਧਿਆਨ ਨਾਲ। ਜਿੰਨੇ ਆਪਾਂ ਟੈਂਸ਼ਨ ਉੱਪਰ ਬੇਸਡ ਕੁਐਸਚਨ ਕਰਾਂਗੇ ਉਹਨਾਂ ਤੁਹਾਨੂੰ ਕਨਸੈਪਟ ਜ਼ਿਆਦਾ ਸਮਝ ਆਊਗਾ। ਬਾਕੀ ਜਿੰਨੇ ਤੁਸੀਂ ਪ੍ਰੈਕਟਿਸ ਕਰੋਗੇ ਫਿਰ ਤਾਂ ਕਨਸੈਪਟ ਕਲੀਅਰ ਹੋਊਗਾ ਜ਼ਿਆਦਾ। ਐਂ ਨਹੀਂ ਹੈ ਕਿ ਜੇ ਕੁਐਸਚਨ ਕਲਾਸ 'ਚ ਕਰਵਾ ਦੇ ਬਸ ਉਹੀ ਕੁਐਸਚਨ ਕਰਨੇ ਹੈਗੇ ਨੇ। ਜੇ ਐਕਸਟਰਾ ਵੀ ਆਪਣੇ ਘਰੇ ਐਫਰਟ ਕਰੋਗੇ ਫਿਰ ਪ੍ਰੋਪਰ ਕਨਸੈਪਟ ਤਾਂ ਕਲੀਅਰ ਹੋਊਗਾ। ਇੱਕ ਕੁਐਸਚਨ ਕਰ ਰਹੇ ਹਾਂ ਆਪਾਂ, ਦੇਖੋ ਸਟੇਟਮੈਂਟ ਪੜ੍ਹ ਲਓ। A mass of 40 kg is supported by 2 fine light strings inclined at an angle of 30 degree and 60 degree to the vertical. Determine the tensions of the strings. देखो की क्या होना। दो स्ट्रिंग ने, पहला एक वर्ड पढ़ रहे हैं आप, तुसी भी देख लो लाइट। ये वर्ड अगे काफ़ी यूज़ होणगे जी, उन्होंने सारा मीनिंग हुण ध्यान रखना कि इन्हां मीनिंग की होया करूगा। स्ट्रिंग का चलो धागा हो गया ना, भी तो तुहानूं पता होगा। चलो स्ट्रिंग अपनी गल कीती आपां, स्ट्रिंग धागा हो गया। लाइट स्ट्रिंग उहनूं कहने हैगे आ वेटलैस, जिहदा कोई भार ना हो। जिवें स्ट्रिंग लोहे की भी हो सकती, वैसे लोहे का भी हो सकता, पर वह भारा हो जूगी, वह भार आ। जिस स्ट्रिंग में धागा सिंपल सूई वाला धागा ला लो, जे सूई वाला धागा लावांगे तो भार होंदा ही नहीं है, कुछ नेगलीजिबल भार होंदा है कदों। तो लाइट स्ट्रिंग उन्होंने कहांगे जिहदा वेट नहीं होगा, वेटलैस, कोई वेट नहीं है। तो लाइट स्ट्रिंग वो कहांगे जिहदा कोई भार नहीं है। अगे वर्ड पाया उन्हें फाइन हुंदा है वधिया, मैं वधिया क्वालिटी का लाइट स्ट्रिंग होवे, मतलब कि वह भार सहार सके, टुटे ना, ये गल कही है। तो फाइन वर्ड की है कि वधिया क्वालिटी का स्ट्रिंग है, यानी कोई बेकार क्वालिटी का स्ट्रिंग धागा लिया आप कि थोड़ा भार पाई टुट जाए अपने को। तो वधिया क्वालिटी का है कि जोड़ा आप भार पाया है 40 kg वो सहार रहा हो। ये वर्ड काफ़ी यूज़ होंगे, वर्ड्स तुसीं ध्यान रखने ने। सो हुण डायग्राम बनाने आप। 2 फाइन लाइट स्ट्रिंग्स ने, दोनों विच एंगल कितना हैगा, मास आ मास ऑफ 40 kg। देखो जी, एक मास इदा बना रहा है, मास हैगा 40 kg, ये मास अपने को। इनू एक स्ट्रिंग ने नहीं, 2 स्ट्रिंग ने सपोर्ट किया है। तो 2 स्ट्रिंग ने किवें सपोर्ट किया हैगा कि जिहड़ा मास हैगा, 2 स्ट्रिंग्स जिहड़ियां हैगियां ने इनकलाइंड एट एंगल 30 डिग्री एंड 60 डिग्री टू द वर्टिकल। जिहड़ी पहली स्ट्रिंग हैगी आ, जिहड़ी पहली स्ट्रिंग वो आ वर्टिकल हुंदी है सीधी, ਉਹਦਾ वर्टिकल ने एंगल 30 बनता है। जिहड़ी दूजी स्ट्रिंग हैगी आ ਉਹਦਾ वर्टिकल ਦੇ ਨਾਲ एंगल 60 बनता। डायग्राम
देख लो स्टेटमेंट मैं दोबारा पढ़ देना है। ये अपने कोल जिहड़ा मास हैगा अपने कोल 40 kg, 40 kg मास अपने कोल, तो ये 40 kg मास के विच दो स्ट्रिंग ने फड़िया है। इदा देख लो ध्यान, थोड़ी डायग्राम इदा बनी, दो स्ट्रिंग ने इदा मास फड़िया है 40, दो स्ट्रिंग ना इदा मास बनिया है, दो स्ट्रिंग ने बढ़िया है। तो स्ट्रिंग किवें ने अपने को दिता है कि पहली स्ट्रिंग वर्टिकल ना बना रही 30 डिग्री का एंगल, दूजी स्ट्रिंग बना रही वर्टिकल ना 60 डिग्री का एंगल, 60 डिग्री का एंगल। हुण जे आपां इत्थे बन्नियां होईयां स्ट्रिंग, ध्यान रखना लूज नहीं हैगियां, ये अंडरस्टूड ही होगा कि बन्नियां होईयां, तो ये खिंचाव पैदा होगा, ये स्ट्रिंग च भी खिंचाव पैदा होगा, ये च भी खिंचाव पैदा होगा, भार लंपण करके तो भार बन्निया होया जी, तो ये भी एक टेंशन आऊगी इनबिल्ट, ये भी टेंशन आऊगी। हुण जे गल समझ आ रही होवे, जिवें दो फोर्सां होण, जिवें 40 kg आ, उरे दा टेंशन पता आपको इक्वल तो ऑपोजिट फोर्स ने जिहड़ियां बैलेंस करनगियां, जे इक्वल तो ऑपोजिट फोर्स बैलेंस करनगियां तो उरे टेंशन कितनी आऊगी 40 kg आऊगी कि बैलेंस कर रहे हो। पर उरे जिहड़ी फोर्स हैगियां टेढ़ियां ने, तीन फोर्सां ने, टेंशन तो आऊगी इहदे विच, पर यह नहीं पता कितनी आऊगी। इन्हूं आपां T1 मान लिया, इन्हूं पता कर लिया आपां T2, तो ये गल बन गई जो ये मास लमकान नाल जदों ये खिंचाव पैदा होया, तो ये खिंचाव पैदा होने का एक फोर्स आऊगी टेंशन, वो हमेशा अंदरले पासे होगी, इनवर्ट होएगी, तो टेंशन दोने आ गई, तो अपने को तीन फोर्सां बन गई। पार्टिकल खड़ा इत्थे, ध्यान नाल पढ़ लो स्टेटमेंट में की लिखा सी उन्होंने, स्टेटमेंट लिखा सीगा सपोर्टेड, ये सपोर्ट किया है मतलब कि मूव नहीं कर रहा, रोकया है, सपोर्ट दी हुई है, रोकया है, मतलब ये पार्टिकल इक्विलिब्रियम दे विच, तीन फोर्सां हो गई, इक्विलिब्रियम बन रहा है, ये लैमिस नूं लावांगे, वो लैमिस नूं ला के T1 T2 आ जाएगा। ये क्वेश्चन सौखा हैगा, सौखा क्यों आ, बिकॉज ये एंगल दिते हुए हैं। अगे क्वेश्चन करांगे आप नैक्सट लैक्चर में करांगे आप क्वेश्चन, और एंगल दिते नहीं होंगे, आप एंगल भी आप फाइंड करने होंगे। कंसैप्ट यही है लैमिस नूं दा, जिहड़ा सौखा होगा सीधे एंगल होणगे, जिहड़ा औखा होगा उहदे आप एंगल फाइंड करने होंगे। हुण एंगल सौखे ने, ये पूरा एंगल कितना होगा 180 होंदा, ये 150 आ जाएगा माइनस करके, ये 120 आ जाएगा 180 चो माइनस करके, तो डायरा बनानी है बस कली, अगे लैमिस नूं लाउणी हैगी है। हुण लिखा मैं पहला लिख लईदा हुंदा कि फोर्सिस आर इन इक्विलिब्रियम, इक्विलिब्रियम दे विच ने, देयरफॉर T1 अपॉन दो फोर्सिस, ये सामने फोर्सिस एंगल कितना आ रहा है 120 साइन 120 डिग्री, T2 अपॉन साइन 150 डिग्री, 40 अपॉन ए फोर्स 40 है जी, 40 अपॉन आ दोनों में एंगल कितना है सारा लेना अपना एंगल 60 + 30 90 साइन 90। तो ये हुण उदा नहीं पहला वांग किवें कीता सी आपां कि साइन 120 करके दिखाना है, ये पुराना +1 का काम आ, सीधा करने की आदत पानी है, दिमाग च करना काम कि 180 - 60 साइन 60, साइन 60 जोड़ा हो गया √3/2, साइन 150 180 - 30 साइन 30 हाफ, साइन 90 1। बस ये पहले तो अखीरला कंपेयर कर लवांगे आप, T1 अपॉन √3/2 40 क्रॉस मल्टीप्लाई कर लिया आपने, T1 तो कितना आ गया 20√30, ये पहली टेंशन आ गई। एंड ये दो कंपेयर किए T2 अपॉन हाफ, ये 40 आ गया जी, दिस इंप्लाइज T2 कितना हो गया 40 × हाफ, ये 20, ये टेंशन इतना आ जाएगी। कोई खास गल नहीं, टेंशन बस एक फोर्स ही होंगी है, फोर्स ही कटनी आप मेन, पर यह गल ध्यान रखनी है कि कदों सामने आउणगियां, स्ट्रिंग के केस सामने आउणगियां जो स्ट्रिंग के विच खिंचाव पैदा हो रहा होगा। चलो अज फिलहाल आप नहीं काम करना सीगा,
ਜਿਹੜਾ ਨੈਕਸਟ ਟਾਈਮ ਕੰਮ ਕਰਾਂਗੇ ਆਪਾਂ ਉਹਦੇ ਵਿੱਚ ਇਹ ਹੋਊਗਾ ਕਿ ਉਹਦੇ 'ਚ ਐਂਗਲ ਦਿੱਤੇ ਨਹੀਂ ਹੋਣਗੇ, ਉਹ ਕੁਐਸਚਨ ਥੋੜ੍ਹਾ ਔਖਾ ਹੋ ਜਾਏਗਾ ਅਤੇ ਉਹਦੇ ਵਿੱਚ ਆਪਾਂ ਜਮੈਟਰੀ ਦੀਆਂ 10th ਕਲਾਸ ਦੀ ਜਮੈਟਰੀ ਦੀ ਪ੍ਰੋਪਰਟੀ ਯੂਜ਼ ਕਰਾਂਗੇ। ਇਹ ਕੰਮ ਨਾਲ ਕਰੀ ਜਾਓ, ਜੇ ਕੰਮ ਨਾਲ ਕਰੋਗੇ ਤਾਂ ਹੀ ਪ੍ਰੋਪਰ ਸਮਝ ਲੱਗੇਗਾ, ਨਹੀਂ ਤਾਂ ਕੁਐਸਚਨ ਅੱਗੇ ਹੋਰ ਔਖੇ ਆਉਣਗੇ। ਆਪਾਂ ਦੇਖਾਂਗੇ ਔਖੇ ਤਾਂ ਲੱਗਣਗੇ ਬਿਕੋਜ਼ ਤੁਹਾਨੂੰ 10th ਲੈਵਲ ਦੇ ਕੰਸੈਪਟ ਯਾਦ ਨਹੀਂ ਹੋਣੇ, ਗੈਪ ਬਹੁਤ ਪੈ ਚੁੱਕਿਆ ਤੁਹਾਡਾ। ਹੁਣ ਤੁਸੀਂ BSc ਵਿੱਚ ਹੋਗੇ, ਕਾਫੀ ਗੈਪ 3-4 ਸਾਲ ਦਾ ਗੈਪ ਪੈ ਚੁੱਕਿਆ, ਅਤੇ ਤੁਹਾਨੂੰ ਕੰਸੈਪਟ ਯਾਦ ਨਹੀਂ ਹੋਣੇ ਹੈਗੇ ਉਹ ਵਾਲੇ, ਜਾਂ ਤੁਹਾਡੇ ਕੰਸੈਪਟ ਸ਼ਾਇਦ ਵੀਕ ਹੋਣ। ਇਸ ਕਰਕੇ ਜਿਹਦੇ ਕੰਸੈਪਟ ਜਿਹਨੂੰ ਜਮੈਟਰੀ ਆਉਂਦੀ ਸੀਗੀ ਪਹਿਲਾਂ ਉਹਨੂੰ ਸੌਖੇ ਲੱਗਣੇ ਕੁਐਸਚਨ, ਅਦਰਵਾਈਜ਼ ਔਖੇ ਲੱਗਣਗੇ। ਅਤੇ ਜੇ ਹੁਣ ਨਾਲ ਕਰੀ ਜਾਓਗੇ ਤਾਂ ਤੁਹਾਨੂੰ ਕੰਸੈਪਟ ਪ੍ਰੋਪਰ ਸਮਝ ਆਊਗਾ ਅਤੇ ਕੁਐਸਚਨ ਸੌਖੇ ਵੀ ਲੱਗਣਗੇ। ਪਹਿਲਾਂ ਤੁਸੀਂ ਕੰਸੈਪਟ ਕੀਤੇ ਨੇ ਨਹੀਂ ਕੀਤੇ ਉਹ ਮੈਟਰ ਨਹੀਂ ਕਰਦਾ ਹੈਗਾ। ਹੁਣ ਜਦੋਂ ਆਪਾਂ ਕਰਾਂਗੇ ਕਲਾਸ ਦੇ ਵਿੱਚ ਜਿੰਨੇ ਪੁਰਾਣੇ ਕੰਸੈਪਟ ਆਉਣਗੇ ਉਹ ਦੱਸੀ ਜਾਵਾਂਗੇ ਆਪਾਂ ਨਾਲ, ਉਹ ਕਰੀ ਜਾਵਾਂਗੇ ਨਾਲ। ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਫਿਰ ਤੁਸੀਂ ਉਹ ਕੰਸੈਪਟ ਜਿਹੜੇ ਹੈਗੇ ਨੇ ਉਹ ਨਾਲ ਪੜ੍ਹਨੇ ਨੇ ਅਤੇ ਯਾਦ ਕਰਨੇ ਨੇ। ਚਲੋ ਇੰਨਾ ਹੀ ਕੰਮ ਕਰਨਾ ਸੀ। ਥੈਂਕ ਯੂ।